प्यारे बच्चों सत श्री अकाल। अज आपां कर रहे हैं 8वीं श्रेणी लई समाजिक विज्ञान विषय का 14वां पाठ, जिसका सिरलेख है दस्तकारी अते उद्योग। सो पाठ शुरू करन तो पहला तुहाडे कोल कुछ जरूरी समान होना चाहिए है। वह है समाजिक विज्ञान विषय की पाठ पुस्तक, कापी, पेन, पेंसिल ਅਤੇ ਭਾਰਤ ਦੇ ਖਾਲੀ ਨਕਸ਼ੇ। ਪਿਆਰੇ ਬੱਚਿਓ, ਕੀ ਤੁਸੀਂ ਜਾਣਦੇ ਹੋ ਦਸਤਕਾਰੀ ਕਿਸ ਨੂੰ ਕਿਹਾ ਜਾਂਦਾ ਹੈ? ਆਓ ਆਪਾਂ ਕੁਝ ਤਸਵੀਰਾਂ ਵੇਖੀਏ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦਸਤਕਾਰੀ ਕੀ ਹੁੰਦਾ ਹੈ ਉਸ ਨੂੰ ਸਮਝ ਪਾਓ। ਦਸਤਕਾਰੀ ਵਿੱਚ ਬਹੁਤ ਸਾਰੇ ਅਜਿਹੇ ਕਿੱਤੇ ਆ ਜਾਂਦੇ ਹਨ ਜੋ ਲੋਕ ਘਰਾਂ ਵਿੱਚ ਹੀ ਕਰਦੇ ਹਨ, ਜਿਸ ਤਰ੍ਹਾਂ ਪਸ਼ਮੀਨਾ ਸ਼ਾਲ ਬੁਣਨਾ, ਲੱਕੜ ਦਾ ਕੰਮ ਕਰਨਾ, ਲੱਕੜ ਤੋਂ ਖਿਡੌਣੇ ਬਣਾਉਣੇ, ਫਰਨੀਚਰ ਬਣਾਉਣਾ, ਮਿੱਟੀ ਤੋਂ ਵੱਖ-ਵੱਖ ਤਰ੍ਹਾਂ ਦੇ ਭਾਂਡੇ ਤਿਆਰ ਕਰਨੇ, ਚਮੜੇ ਤੋਂ ਜੁੱਤੀਆਂ ਬਣਾਉਣੀਆਂ, ਰੱਸੀਆਂ ਬਣਾਉਣੀਆਂ, ਰੱਸੇ ਬਣਾਉਣੇ। ਇਸੇ ਤਰ੍ਹਾਂ ਹੀ ਫੁਲਕਾਰੀਆਂ, ਪੱਖੀਆਂ, ਦਰੀਆਂ, ਚਾਦਰਾਂ, ਖੇਸ, ਗਲੀਚੇ ਅਜਿਹਾ ਕੁਝ ਬਣਾਉਣਾ, ਬਾਂਸ ਤੋਂ ਟੋਕਰੀਆਂ, ਖਿਡੌਣੇ, ਫਰਨੀਚਰ, ਮੂਰਤੀਆਂ, ਛੋਟੇ ਬਕਸੇ, ਵੱਡੇ ਬਕਸੇ ਆਦਿ ਤਿਆਰ ਕਰਨਾ। ਇਹ ਸਾਰਾ ਕੁਝ ਦਸਤਕਾਰੀ ਹੀ ਕਹਿਲਾਉਂਦਾ ਹੈ। ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੀ ਜ਼ਿਆਦਾ ਜਨਸੰਖਿਆ ਪਿੰਡਾਂ ਵਿੱਚ ਹੀ ਰਹਿੰਦੀ ਸੀ। ਇਹ ਸਾਰੇ ਦਸਤਕਾਰੀ ਕਿੱਤੇ ਭਾਰਤੀ ਲੋਕਾਂ ਨੇ ਅਪਣਾਏ ਹੋਏ ਸਨ। ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਆਓ ਵੇਖੀਏ ਇੱਕ ਛੋਟੀ ਜਿਹੀ ਝਲਕ ਸਾਡੇ ਭਾਰਤ ਦੇ ਪਿੰਡਾਂ ਦੀ, ਜਿਨ੍ਹਾਂ ਵਿੱਚ ਲੋਹਾਰ, ਜੁਲਾਹੇ, ਕਿਸਾਨ, ਤਰਖਾਨ, ਮੋਚੀ, ਘੁਮਿਆਰ ਆਦਿ ਸਾਰੇ ਲੋਕ ਆਪੋ ਆਪਣੇ ਕਿੱਤਿਆਂ ਦੇ ਵਿੱਚ ਕੰਮ ਕਰਦੇ ਸਨ। ਉਹਨਾਂ ਦੇ ਕਿੱਤੇ ਹੀ ਪਿੰਡ ਦੀਆਂ ਲੋੜਾਂ ਪੂਰੀਆਂ ਕਰ ਦਿੰਦੇ ਸਨ। ਉਹ ਅਜਿਹੀਆਂ ਚੀਜ਼ਾਂ ਤਿਆਰ ਕਰਦੇ ਸਨ ਕਿ ਪਿੰਡ ਵਿੱਚੋਂ ਕਿਸੇ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ ਸੀ। ਪਿੰਡ ਦਾ ਕਿਸਾਨ ਖੇਤੀ ਦਾ ਕੰਮ ਕਰਦਾ ਸੀ ਅਤੇ ਉਹ ਪਿੰਡ ਵਾਸੀਆਂ ਲਈ ਅਨਾਜ, ਦਾਲਾਂ, ਸਬਜ਼ੀਆਂ, ਕਪਾਹ ਆਦਿ ਪੈਦਾ ਕਰਦਾ ਸੀ। ਤਰਖਾਨ, ਲੋਹਾਰ, ਘੁਮਿਆਰ, ਤੇਲੀ ਆਦਿ ਅਜਿਹੇ ਹੀ ਹੋਰ ਕਿੰਨੇ ਹੀ ਕਾਰੀਗਰ ਉਹ ਪਿੰਡ ਵਿੱਚ ਹੀ ਲੋਕਾਂ ਲਈ ਕੰਮ ਕਰਦੇ ਸਨ ਅਤੇ ਇਸ ਤਰੀਕੇ ਨਾਲ ਸਾਰਾ ਪਿੰਡ ਆਤਮ ਨਿਰਭਰ ਹੁੰਦਾ ਸੀ। ਸਾਰੇ ਲੋਕ ਇੱਕ ਦੂਜੇ ਦਾ ਕੰਮ ਕਰਦੇ ਸਨ ਅਤੇ ਆਪਣੇ ਕਿੱਤਿਆਂ ਰਾਹੀਂ ਹੀ ਆਪਣਾ ਜੀਵਨ ਨਿਰਵਾਹ
ਕਰ ਰਹੇ ਸਨ। ਪਰੰਤੂ ਅੰਗਰੇਜ਼ੀ ਰਾਜ ਦੀ ਸਥਾਪਨਾ ਹੋਣ ਤੋਂ ਬਾਅਦ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਨ ਲੱਗੇ, ਕਿਉਂਕਿ ਉਹ ਵਧੀਆ ਵੀ ਸਨ ਅਤੇ ਸਸਤੀਆਂ ਵੀ ਸਨ। ਇਸ ਕਰਕੇ ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਛੋਟੇ-ਛੋਟੇ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਆਓ ਜਾਣੀਏ ਭਾਰਤ ਦੇ ਲਘੂ ਉਦਯੋਗਾਂ ਦੇ ਪਤਨ ਦੇ ਕੀ ਕਾਰਨ ਸਨ। ਲਘੂ ਉਦਯੋਗਾਂ ਦੇ ਪਤਨ ਦੇ ਕਾਰਨ। ਪਿਆਰੇ ਬੱਚਿਓ, ਇਹ 5 ਕਾਰਨ ਸਨ। ਦੇਸੀ ਰਿਆਸਤਾਂ ਦੀ ਸਮਾਪਤੀ, ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ, ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ, ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ। 5ਵਾਂ ਕਾਰਨ ਸੀ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। ਸੋ ਆਓ ਹੁਣ ਇਹਨਾਂ ਬਾਰੇ ਵਿਸਥਾਰਪੂਰਵਕ ਜਾਣੀਏ। ਪਹਿਲਾ ਕਾਰਨ ਦੇਸੀ ਰਿਆਸਤਾਂ ਦੀ ਸਮਾਪਤੀ। ਅੰਗਰੇਜ਼ਾਂ ਨੇ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਖਤਮ ਕਰ ਦਿੱਤਾ ਸੀ। ਇਸ ਕਰਕੇ ਲਘੂ ਉਦਯੋਗਾਂ ਨੂੰ ਬਹੁਤ ਨੁਕਸਾਨ ਹੋਇਆ, ਕਿਉਂਕਿ ਇਹਨਾਂ ਰਿਆਸਤਾਂ ਦੇ ਰਾਜੇ, ਮਹਾਰਾਜੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ। ਸੋ ਉਹ ਰਾਜੇ, ਮਹਾਰਾਜੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੇ ਕੋਲੋਂ ਉਹਨਾਂ ਦੀ ਰਿਆਸਤ ਚਲੀ ਜਾਂਦੀ ਹੈ, ਉਹਨਾਂ ਦੀ ਆਮਦਨ ਦੇ ਸਾਧਨ ਘਟ ਜਾਂਦੇ ਹਨ, ਉਹਨਾਂ ਦਾ ਤਿਆਰ ਕੀਤਾ ਹੋਇਆ ਸਮਾਨ ਉਹ ਨਾ ਖਰੀਦਦੇ। ਦੂਸਰਾ ਕਾਰਨ ਸੀ ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦਾ ਮੁੱਲ ਵੱਧ ਹੋਣਾ। ਭਾਰਤ ਦੇ ਲਘੂ ਉਦਯੋਗਾਂ ਦੁਆਰਾ ਜੋ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਸਨ, ਉਹਨਾਂ ਦੀ ਕੀਮਤ ਵੱਧ ਹੁੰਦੀ ਸੀ। ਉਸ ਦਾ ਕਾਰਨ ਸੀ ਕਿ ਇਹਨਾਂ ਵਸਤਾਂ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ। ਇਸ ਦੇ ਉਲਟ ਦੂਸਰੇ ਪਾਸੇ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਘੱਟ ਹੁੰਦੀ ਸੀ। ਇਸ ਲਈ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਨਹੀਂ ਖਰੀਦਦੇ ਸਨ, ਜਿਸ ਕਰਕੇ ਭਾਰਤੀ ਲਘੂ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਤੀਸਰਾ ਕਾਰਨ ਸੀ ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਜੋ ਵਸਤਾਂ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨ, ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨਾਲੋਂ ਜ਼ਿਆਦਾ ਸਾਫ਼ ਹੁੰਦੀਆਂ ਸਨ। ਜੋ ਵਸਤਾਂ ਹੱਥਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਉਹ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨਾਲੋਂ ਕੁਝ ਖੁਰਦਰੀਆਂ ਹੁੰਦੀਆਂ ਸਨ। ਇਸ ਕਰਕੇ ਭਾਰਤੀ ਲੋਕ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਜ਼ਿਆਦਾ ਪਸੰਦ ਕਰਦੇ ਸਨ। ਸੋ ਇਹ ਵੀ ਇੱਕ ਕਾਰਨ ਸੀ ਕਿ ਭਾਰਤੀ ਲਘੂ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋਇਆ। ਚੌਥਾ ਕਾਰਨ ਸੀ ਨਵੀਂ ਪੀੜ੍ਹੀ ਦੇ ਲੋਕ, ਜੋ ਨੌਜਵਾਨ ਲੋਕ ਸਨ, ਉਹ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਨਵੀਂ ਪੀੜ੍ਹੀ ਦੇ ਲੋਕਾਂ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਸੀ। ਕਾਰਖਾਨਿਆਂ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਸਨ। ਇਸ ਲਈ ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਪਸੰਦ ਨਹੀਂ ਕਰਦੇ ਸਨ। ਪੰਜਵਾਂ ਕਾਰਨ ਸੀ ਭਾਰਤ ਤੋਂ
ਕੱਚਾ ਮਾਲ ਇੰਗਲੈਂਡ ਭੇਜਣਾ। 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਇਸ ਕਰਕੇ ਇੰਗਲੈਂਡ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ। ਉਹਨਾਂ ਕਾਰਖਾਨਿਆਂ ਵਿੱਚ ਮਾਲ ਤਿਆਰ ਕਰਨ ਲਈ ਕੱਚੇ ਮਾਲ ਦੀ ਬਹੁਤ ਜ਼ਰੂਰਤ ਸੀ, ਜਿਸ ਨੂੰ ਇੰਗਲੈਂਡ ਆਪਣੇ ਦੇਸ਼ ਵਿੱਚੋਂ ਪੂਰਾ ਨਾ ਕਰ ਸਕਿਆ। ਇਸ ਕਰਕੇ ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ। ਦੂਸਰੇ ਪਾਸੇ ਭਾਰਤੀ ਕਾਰਖਾਨਿਆਂ ਲਈ ਕੱਚੇ ਮਾਲ ਦੀ ਘਾਟ ਹੋਣ ਲੱਗੀ, ਜਿਸ ਕਾਰਨ ਇੱਥੋਂ ਦਾ ਉਦਯੋਗਿਕ ਵਿਕਾਸ ਰੁਕ ਗਿਆ। ਸੋ ਇਹ ਕਾਰਨ ਸਨ ਜਿਨ੍ਹਾਂ ਕਰਕੇ ਭਾਰਤ ਵਿੱਚ ਲਘੂ ਉਦਯੋਗਾਂ ਦਾ ਪਤਨ ਹੋਇਆ। (1750) ਤੋਂ ਬਾਅਦ ਭਾਵ 18ਵੀਂ ਸਦੀ ਦੇ ਦੂਜੇ ਅੱਧ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਉੱਥੋਂ ਦੀਆਂ ਮਿਲਾਂ ਅਤੇ ਕਾਰਖਾਨਿਆਂ ਵਿੱਚ ਵੱਡੇ ਪੈਮਾਨੇ ਉੱਤੇ ਚੀਜ਼ਾਂ ਤਿਆਰ ਹੋਣ ਲੱਗੀਆਂ। 1813 ਈਸਵੀ ਦੇ ਚਾਰਟਰ ਐਕਟ ਰਾਹੀਂ ਇੰਗਲੈਂਡ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਭਾਰਤ ਨਾਲ ਖੁੱਲ੍ਹਾ ਵਪਾਰ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਇੰਗਲੈਂਡ ਦੀਆਂ ਮਿਲਾਂ ਵਿੱਚ ਤਿਆਰ ਕੀਤੀਆਂ ਗਈਆਂ ਵਸਤਾਂ ਬਿਨਾਂ ਕਿਸੇ ਰੁਕਾਵਟ ਦੇ ਭਾਰਤ ਆਉਣ ਲੱਗੀਆਂ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਦੇ ਦਸਤਕਾਰੀ ਲਘੂ ਉਦਯੋਗ ਅਚਾਨਕ ਅਤੇ ਪੂਰਨ ਤੌਰ ਤੇ ਤਬਾਹ ਹੋ ਗਏ। ਸਾਡੇ ਦੇਸ਼ ਭਾਰਤ ਵਿੱਚ 1853 ਈਸਵੀ ਨੂੰ ਪਹਿਲੀ ਰੇਲ ਚੱਲੀ। ਫਿਰ ਉਸ ਤੋਂ ਬਾਅਦ ਰੇਲ ਦਾ ਵਿਸਥਾਰ ਹੁੰਦਾ ਗਿਆ। ਵਿਦੇਸ਼ੀ ਵਸਤਾਂ ਪਿੰਡਾਂ ਤੱਕ ਜਾਂ ਪਿੰਡਾਂ ਦੇ ਨੇੜਲੀਆਂ ਮੰਡੀਆਂ ਤੱਕ ਪਹੁੰਚਣ ਲੱਗ ਗਈਆਂ, ਜਿਸ ਨਾਲ ਸਾਡੇ ਦੇਸ਼ ਭਾਰਤ ਦੇ ਲਘੂ ਉਦਯੋਗ ਹੌਲੀ-ਹੌਲੀ ਕਰਕੇ ਖਤਮ ਹੁੰਦੇ ਗਏ। ਭਾਰਤ ਅੰਦਰ ਨਵੇਂ ਉਦਯੋਗ ਸਥਾਪਿਤ ਹੋਏ, ਜਿਨ੍ਹਾਂ ਨੂੰ ਅਸੀਂ ਆਧੁਨਿਕ ਭਾਰਤੀ ਉਦਯੋਗ ਕਹਿੰਦੇ ਹਾਂ। ਅੰਗਰੇਜ਼ੀ ਸ਼ਾਸਨ ਸਮੇਂ ਬਹੁਤ ਸਾਰੇ ਅਜਿਹੇ ਨਵੇਂ ਉਦਯੋਗ ਸਥਾਪਿਤ ਹੋਏ। ਆਓ ਹੁਣ ਉਹਨਾਂ ਬਾਰੇ ਅਸੀਂ ਜਾਣੀਏ। ਸਭ ਤੋਂ ਪਹਿਲਾਂ ਹੈ ਸੂਤੀ ਕੱਪੜਾ ਉਦਯੋਗ। ਪਿਆਰੇ ਬੱਚਿਓ, ਕਪਾਹ ਤੋਂ ਕੱਪੜਾ ਕਿਵੇਂ ਤਿਆਰ ਹੁੰਦਾ ਹੈ? ਕਦੇ ਸੋਚਿਆ ਹੈ? ਆਓ ਇਸ ਵੀਡੀਓ ਨੂੰ ਵੇਖੀਏ ਅਤੇ ਜਾਣੀਏ ਕਿ ਉਹ ਕਪਾਹ ਜੋ ਖੇਤਾਂ ਵਿੱਚ ਪੈਦਾ ਹੁੰਦੀ ਹੈ, ਉਸ ਤੋਂ ਕੱਪੜਾ ਕਿਵੇਂ ਤਿਆਰ ਹੁੰਦਾ ਹੈ।
ਖੇਤਾਂ ਵਿੱਚ ਖਿੜੀ ਕਪਾਹ ਫੈਕਟਰੀਆਂ ਵਿੱਚ ਪਹੁੰਚ ਕੇ ਸਾਡੇ ਲਈ ਸੂਤੀ ਕੱਪੜਾ ਤਿਆਰ ਕਰਦੀ ਹੈ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ 1853 ਈਸਵੀ ਵਿੱਚ ਬੰਬਈ ਵਿਖੇ ਲਗਾਇਆ ਗਿਆ। ਬੰਬਈ, ਜਿਸ ਦਾ ਅੱਜਕੱਲ ਨਾਮ ਮੁੰਬਈ ਹੈ। ਇਸ ਤੋਂ ਬਾਅਦ 1877 ਵਿੱਚ ਕਪਾਹ ਦੀ ਉਪਜ ਵਿੱਚ ਬਹੁਤ ਸਾਰਾ ਵਾਧਾ ਹੋਇਆ। ਅਹਿਮਦਾਬਾਦ, ਨਾਗਪੁਰ ਜਿਹੇ ਸਥਾਨਾਂ ਦੇ ਉੱਤੇ ਬਹੁਤ ਸਾਰੀਆਂ ਕੱਪੜਾ ਮਿਲ ਸਥਾਪਿਤ ਹੋ ਗਈਆਂ। 1879 ਵਿੱਚ ਸੂਤੀ ਕੱਪੜੇ ਦੀਆਂ ਲਗਭਗ 59 ਮਿਲਾਂ ਸਨ, ਜਿਨ੍ਹਾਂ ਵਿੱਚ 43,000 ਲੋਕ ਕੰਮ ਕਰਦੇ ਸਨ। 1905 ਈਸਵੀ ਵਿੱਚ ਕੱਪੜਾ ਮਿਲਾਂ ਦੀ ਗਿਣਤੀ 206 ਹੋ ਗਈ ਅਤੇ ਇਹਨਾਂ ਵਿੱਚ ਲਗਭਗ 1,96,000 ਮਜ਼ਦੂਰ ਕੰਮ ਕਰਦੇ ਸਨ। ਇਹ ਗੱਲ 1905 ਦੀ ਹੈ। ਪਿਆਰੇ ਬੱਚਿਓ, ਸੂਤੀ ਕੱਪੜਾ ਉਦਯੋਗ ਨਾਲ ਸੰਬੰਧਿਤ ਆਓ ਕੁਝ ਸਥਾਨ ਹੁਣ ਆਪਾਂ ਭਾਰਤ ਦੇ ਨਕਸ਼ੇ ਉੱਪਰ ਜਾਣੀਏ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਮੁੰਬਈ ਦੀ, ਜਿੱਥੇ 1853 ਈਸਵੀ ਵਿੱਚ ਪਹਿਲਾ ਕਾਰਖਾਨਾ ਲਗਾਇਆ ਗਿਆ। ਸੋ ਇਹ ਸਥਾਨ ਜੋ ਤੁਸੀਂ ਨਕਸ਼ੇ ਉੱਪਰ ਵੇਖ ਰਹੇ ਹੋ, ਇਹ ਹੈ ਮੁੰਬਈ। ਇਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਅਹਿਮਦਾਬਾਦ, ਜੋ ਗੁਜਰਾਤ ਵਿੱਚ ਸਥਿਤ ਹੈ। ਸੋ ਇਹ ਸਥਾਨ ਅਹਿਮਦਾਬਾਦ ਹੈ। ਇਸ ਤੋਂ ਬਾਅਦ ਨਾਗਪੁਰ, ਭਾਰਤ ਦੇ ਮੱਧ ਤੋਂ ਥੱਲੇ ਇਹ ਨਾਗਪੁਰ ਸਥਾਨ ਹੈ। ਇਸ ਤੋਂ ਬਾਅਦ ਅਗਲਾ ਉਦਯੋਗ ਹੈ ਪਟਸਨ ਦਾ ਉਦਯੋਗ। ਕੀ ਤੁਸੀਂ ਜਾਣਦੇ ਹੋ ਪਟਸਨ ਕੀ ਚੀਜ਼ ਹੈ? ਪਟਸਨ ਦੀ ਖੇਤੀ ਹੁੰਦੀ ਹੈ। ਇਸ ਨੂੰ ਸੁਨਹਿਰੀ ਰੇਸ਼ਾ ਵੀ ਕਿਹਾ ਜਾਂਦਾ ਹੈ। ਆਓ ਜਾਣੀਏ ਪਟਸਨ ਕਿਵੇਂ ਤਿਆਰ ਹੁੰਦਾ ਹੈ ਅਤੇ ਇਸ ਤੋਂ ਕੀ ਕੁਝ ਬਣਦਾ ਹੈ। ਪਿਆਰੇ ਬੱਚਿਓ, ਤੁਸੀਂ ਵੇਖਿਆ ਪਟਸਨ ਤੋਂ ਬੋਰੀਆਂ, ਟਾਟ, ਰੱਸੇ, ਰੱਸੀਆਂ ਆਦਿ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਉਦਯੋਗ ਉੱਤੇ ਯੂਰਪੀਅਨ ਲੋਕਾਂ ਦਾ ਕਬਜ਼ਾ ਸੀ। ਇਸ ਉਦਯੋਗ ਦਾ ਪਹਿਲਾ ਕਾਰਖਾਨਾ 1854 ਈਸਵੀ ਵਿੱਚ ਸੈਰਮਪੁਰ, ਬੰਗਾਲ ਵਿਖੇ ਖੋਲ੍ਹਿਆ ਗਿਆ। ਸੈਰਮਪੁਰ ਬੰਗਾਲ ਰਾਜ ਵਿੱਚ ਹੁਗਲੀ ਜ਼ਿਲ੍ਹੇ ਅੰਦਰ ਸਥਿਤ ਹੈ। ਪਟਸਨ ਉਦਯੋਗ ਦੇ ਸਭ ਤੋਂ ਜ਼ਿਆਦਾ ਕਾਰਖਾਨੇ ਬੰਗਾਲ ਪ੍ਰਾਂਤ ਵਿੱਚ ਹੀ ਖੋਲ੍ਹੇ ਗਏ। 20ਵੀਂ ਸਦੀ ਦੇ ਆਰੰਭ ਵਿੱਚ ਇਹਨਾਂ ਕਾਰਖਾਨਿਆਂ ਦੀ ਗਿਣਤੀ 36 ਹੋ ਗਈ ਸੀ। ਪਿਆਰੇ ਬੱਚਿਓ, ਆਓ ਹੁਣ ਆਪਾਂ ਭਾਰਤ ਦੇ ਨਕਸ਼ੇ ਉੱਪਰ ਵੇਖੀਏ ਸੈਰਮਪੁਰ ਸਥਾਨ ਕਿੱਥੇ ਹੈ। ਇਹ ਜੋ ਸਥਾਨ ਤੁਸੀਂ ਵੇਖ ਰਹੇ ਹੋ, ਇਹ ਹੈ ਸੈਰਮਪੁਰ। ਸੈਰਮਪੁਰ ਪੱਛਮੀ ਬੰਗਾਲ ਵਿੱਚ
हुगली जिले अंदर ਇਹ ਸਥਾਨ ਸਥਿਤ ਹੈ। ਇਸ ਤੋਂ ਅਗਲਾ ਉਦਯੋਗ ਹੈ ਕੋਲੇ ਦੀਆਂ ਖਾਣਾਂ। ਸਾਰੇ ਕਾਰਖਾਨੇ ਕੋਲੇ ਤੇ ਚੱਲਦੇ ਸਨ, ਸੋ ਉਸ ਸਮੇਂ ਸ਼ਕਤੀ ਦਾ ਸਾਧਨ ਕੋਲਾ ਸੀ। ਰੇਲ ਗੱਡੀਆਂ ਵੀ ਕੋਲੇ ਤੇ ਹੀ ਚੱਲਦੀਆਂ ਸਨ, ਸੋ ਸਾਰੇ ਕਾਰਖਾਨਿਆਂ ਨੂੰ ਕੋਲਾ ਚਾਹੀਦਾ ਸੀ। ਰੇਲ ਨੂੰ ਚਲਾਉਣ ਲਈ ਵੀ ਕੋਲੇ ਦੀ ਹੀ ਲੋੜ ਪੈਂਦੀ ਸੀ। ਕੋਲੇ ਦੀਆਂ ਖਾਣਾਂ ਕੀ ਹੁੰਦੀਆਂ ਹਨ? ਕੋਲੇ ਨੂੰ ਇਹਨਾਂ ਖਾਣਾਂ ਵਿੱਚੋਂ ਕਿਵੇਂ ਕੱਢਿਆ ਜਾਂਦਾ ਹੈ? ਆਓ ਇਹ ਸਾਰੇ ਕਾਰਜ ਨੂੰ ਸਮਝੀਏ ਇਸ ਵੀਡੀਓ ਦੀ ਮਦਦ ਦੇ ਨਾਲ। ਕੋਲਾ ਇੱਕ ਬਹੁਤ ਹੀ ਮਹੱਤਵਪੂਰਨ ਸ਼ਕਤੀ ਦਾ ਸਾਧਨ ਰਿਹਾ ਹੈ। 1854 ਈਸਵੀ ਵਿੱਚ ਰਾਣੀਗੰਜ ਵਿੱਚ ਕੋਲੇ ਦੀਆਂ 2 ਖਾਣਾਂ ਸਨ। 1880 ਈਸਵੀ ਤੱਕ ਇਹਨਾਂ ਦੀ ਗਿਣਤੀ 56 ਹੋ ਗਈ ਸੀ ਅਤੇ 1885 ਈਸਵੀ ਵਿੱਚ 123 ਹੋ ਗਈ ਸੀ। ਸੋ ਆਓ ਹੁਣ ਆਪਾਂ ਭਾਰਤ ਦੇ ਨਕਸ਼ੇ ਉੱਪਰ ਸਮਝੀਏ ਰਾਣੀਗੰਜ ਸਥਾਨ ਹੈ ਕਿੱਥੇ। ਇਹ ਜੋ ਸਥਾਨ ਤੁਸੀਂ ਵੇਖ ਰਹੇ ਹੋ ਇਹ ਹੈ ਰਾਣੀਗੰਜ। ਇਸ ਤੋਂ ਬਾਅਦ ਹੈ ਨੀਲ ਉਦਯੋਗ। ਬੱਚਿਓ, ਕੀ ਤੁਸੀਂ ਜਾਣਦੇ ਹੋ ਨੀਲ ਕੀ ਹੁੰਦਾ ਹੈ? ਹਾਂ, ਤੁਸੀਂ ਸਹੀ ਸੋਚ ਰਹੇ ਹੋ। ਮੈਂ ਵੀ ਉਸੇ ਨੀਲ ਦੀ ਹੀ ਗੱਲ ਕਰਦਾ ਹਾਂ ਜੋ ਕੱਪੜਿਆਂ ਨੂੰ ਦਿੱਤਾ ਜਾਂਦਾ ਹੈ। 18ਵੀਂ ਸਦੀ ਦੇ ਅੰਤ ਵਿੱਚ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ। ਯੂਰਪੀਅਨਾਂ ਨੇ ਨੀਲ ਦੇ ਵੱਡੇ ਵੱਡੇ ਬਾਗ ਲਗਾਏ। ਆਓ ਇਸ ਪੌਦੇ ਬਾਰੇ ਜਾਣੀਏ। ਵਿੱਚ ਨੀਲ ਦੀ ਖੇਤੀ ਅਧੀਨ 35 ਲੱਖ ਵਿਗੇ ਜ਼ਮੀਨ ਸੀ। 1915 ਈਸਵੀ ਵਿੱਚ ਨੀਲ ਦੀ ਖੇਤੀ ਅਧੀਨ ਸਿਰਫ 3-4 ਲੱਖ ਵਿਗੇ ਜ਼ਮੀਨ ਹੀ ਰਹਿ ਗਈ ਸੀ। ਇੱਥੇ ਅਸੀਂ ਗੱਲ ਕੀਤੀ ਸੀ ਵਿਗਾ। ਵਿਗਾ ਜ਼ਮੀਨ ਨੂੰ ਮਾਪਣ ਦਾ ਇੱਕ ਪੈਮਾਨਾ ਹੁੰਦਾ ਹੈ, ਇੱਕ ਮਾਪ ਹੁੰਦਾ ਹੈ। ਪਿਆਰੇ ਬੱਚਿਓ, ਆਪਾਂ ਇਸ ਪਾਠ ਦਾ ਜੋ ਭਾਗ ਕਰ ਲਿਆ ਹੈ, ਆਓ ਹੁਣ ਉਸ ਦੀ ਦੁਹਰਾਈ ਕਰੀਏ। ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤੀ ਲੋਕਾਂ ਦੀ ਰੋਜੀ ਰੋਟੀ ਦਾ ਮੁੱਖ ਸਾਧਨ ਕੀ ਸੀ? ਦਸਤਕਾਰੀ। ਆਪਾਂ ਪੜ੍ਹਿਆ ਹੈ ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤੀ ਲੋਕਾਂ ਦੀ
ਰੋਜੀ ਰੋਟੀ ਦਾ ਮੁੱਖ ਸਾਧਨ ਦਸਤਕਾਰੀ ਹੁੰਦਾ ਸੀ। ਭਾਰਤ ਦੇ ਲਘੂ ਉਦਯੋਗਾਂ ਦੇ ਪਤਨ ਦੇ ਕੀ ਕਾਰਨ ਸਨ? ਪਿਆਰੇ ਬੱਚਿਓ, ਆਪਾਂ ਪੜ੍ਹੇ ਸਨ ਉਹ ਕਾਰਨ। ਕਿੰਨੇ ਕਾਰਨ ਸਨ? 5 ਜੀ। ਪਹਿਲਾ ਕਾਰਨ ਸੀ ਦੇਸੀ ਰਿਆਸਤਾਂ ਦੀ ਸਮਾਪਤੀ। ਸੈਕੰਡ, ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ। ਤੀਸਰਾ ਕਾਰਨ ਸੀ ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਪੰਜਵਾਂ ਕਾਰਨ ਸੀ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। ਸੋ ਇਹ ਕਾਰਨ ਸਨ ਭਾਰਤੀ ਲਘੂ ਉਦਯੋਗਾਂ ਦੇ ਪਤਨ ਦੇ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਸੂਤੀ ਕੱਪੜਾ ਉਦਯੋਗ ਦੀ ਪਹਿਲੀ ਮਿੱਲ ਕਦੋਂ ਅਤੇ ਕਿੱਥੇ ਸਥਾਪਿਤ ਹੋਈ? 1853 ਈਸਵੀ ਵਿੱਚ ਮੁੰਬਈ ਵਿਖੇ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਪਟਸਨ ਉਦਯੋਗ ਦੇ ਜ਼ਿਆਦਾ ਕਾਰਖਾਨੇ ਕਿਸ ਪ੍ਰਾਂਤ ਵਿੱਚ ਲਗਾਏ ਗਏ? ਜੀ, ਆਪਾਂ ਪੜ੍ਹਿਆ ਸੀ ਪਟਸਨ ਉਦਯੋਗ ਬੰਗਾਲ ਵਿੱਚ। ਭਾਰਤ ਵਿੱਚ ਕੋਲੇ ਦੀਆਂ ਖਾਣਾਂ ਸਭ ਤੋਂ ਪਹਿਲਾਂ ਕਿੱਥੇ ਸਨ? ਰਾਣੀਗੰਜ ਵਿੱਚ। ਭਾਰਤ ਵਿੱਚ ਨੀਲ ਦੀ ਪੈਦਾਵਾਰ ਕਿੱਥੇ ਸ਼ੁਰੂ ਹੋਈ? ਬਿਹਾਰ ਅਤੇ ਬੰਗਾਲ ਵਿੱਚ। ਸੋ ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਇਸ ਪਾਠ ਨੂੰ ਇੱਕ ਵਾਰ ਫਿਰ ਪੜ੍ਹਨਾ ਹੈ ਅਤੇ ਇਸ ਨਾਲ ਸੰਬੰਧਿਤ ਜੋ ਅਭਿਆਸ ਪਾਠ ਪੁਸਤਕ ਵਿੱਚ ਪਿੱਛੇ ਦਰਜ ਹੈ ਉਸ ਤੋਂ ਤੁਸੀਂ ਪ੍ਰਸ਼ਨ ਉੱਤਰ ਵੀ ਕਰਨੇ ਹਨ। ਸੋ ਅੱਜ ਲਈ ਸਾਡੇ ਪਾਠ ਦਾ ਇਹ ਭਾਗ ਸੀ। ਇਸ ਦਾ ਅਗਲਾ ਭਾਗ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਤੁਹਾਡਾ ਸਾਰਿਆਂ ਦਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਖੁਸ਼ ਰਹੋ। ਸ਼ੁਕਰੀਆ।